महिला कमिशन की चेयरपर्सन जिहड़ा कॉन्स्टिट्यूशनल पोस्ट ते हुंदा वो कदी भी धरनियां की गल नहीं करता हुंदा ते कदी भी खुद पार्टी हाई कमांड की गल नहीं करता हुंदा, क्योंकि जदों तुसीं कॉन्स्टिट्यूशनल अहुदे ते हैगे आ तां फिर ये सारियां चीज़ां जिहड़ियां ओह तुहाडे नाल नहीं लगदियां। ते ਉਹਦੇ ਤੋਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ ਮੈਨੂੰ ਲੱਗਦਾ ਇਹਨਾਂ ਨੂੰ ਅਪਡੇਟ ਕਰ ਲੈਣੀ ਚਾਹੀਦੀ ਨੌਲੇਜ ਵੀ ਤਾਂ ਕਿ ਜੇ ਕਿਸੇ ਬੰਦੇ ਨੂੰ ਕਿਸੇ ਦੇ ਅਗੇਂਸਟ ਕੁਝ ਕਹਾਉਣਾ ਵੀ ਆ ਤੇ ਕਮ ਸੇ ਕਮ ਉਹਨੂੰ ਨੌਲੇਜ ਤਾਂ ਹੋਵੇ ਉਸ ਗੱਲ ਦੀ, ਕਿਉਂਕਿ ਮੈਨੂੰ ਨਹੀਂ ਲੱਗਦਾ ਇਦਾਂ ਦੀ ਗੱਲ ਸਾਨੂੰ ਕਰਨੀ ਚਾਹੀਦੀ ਆ। ਸੋ ਇਹ ਤਾਂ ਅਨਫੋਰਚੂਨੇਟ ਹੈਗਾ। ਮੈਂ ਕੱਲ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਿੱਧਰ ਨੂੰ ਇਸੇ ਤੋਰ ਲਿਆ ਹੈਗਾ ਇਹ ਬੜੀ ਅਨਫੋਰਚੂਨੇਟ ਗੱਲ ਹੈਗੀ। ਪ੍ਰਗਟ ਜੀ ਰਾਤੀ ਹਰੀਸ਼ ਰਾਵਤ ਨਾਲ ਤੁਹਾਨੂੰ ਫੋਨ ਆਇਆ ਸੀਗਾ, ਕੀ ਗੱਲਬਾਤ ਹੋਈ? ਨਹੀਂ ਦੇਖੋ ਫੋਨ ਵਗੈਰਾ ਆਉਂਦੇ ਰਹਿੰਦੇ ਆ। ਦੇਖੋ ਯਾਰ ਆਪਾਂ ਨਾਰਮਲ ਸਰਕਮਸਟੈਂਸਸ 'ਚ ਗੱਲ ਕਰੀਏ, ਕਿਉਂਕਿ ਆਹ ਜਿਹੜੀ ਗੱਲ ਹੈਗੀ ਆ ਮੈਨੂੰ ਤਾਂ ਇਹ ਠੀਕ ਨਹੀਂ ਲੱਗਦੀ, ਕਿਉਂਕਿ ਜਿਹੜੀ ਅਸੀਂ ਬੇਸਿਕਲੀ ਲੜਾਈ ਕੋਈ ਨਹੀਂ ਹੈਗੀ। ਲੜਾਈ ਕਾਂਗਰਸ ਦੀ ਇੰਟਰਨਲ ਕੋਈ ਕਿਸੇ ਕਿਸਮ ਦੀ ਤੁਸੀਂ ਕਹੋਗੇ ਜੀ ਦੋ ਫਾੜ ਹੋ ਗਈ ਜੀ ਇੱਦਾਂ ਹੋ ਗਈ ਜੀ ਇੱਦਾਂ ਹੋ ਗਈ ਜੀ, ਨਾ ਕਿਸੇ ਨੂੰ ਲਾਉਣ ਦੀ ਲੜਾਈ ਹੈਗੀ ਆ। ਲੜਾਈ ਤਾਂ ਇਹ ਆ ਬੇਸਿਕਲੀ ਵੀ ਆਪਾਂ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਸੀ, ਜਿੱਧਰ ਨੂੰ ਸਾਨੂੰ એનર્ਜੀ ਲਾਉਣੀ ਚਾਹੀਦੀ ਸੀ ਪੋਜ਼ਿਟਿਵ, ਅਸੀਂ ਉਹ ਲਾਉਣ ਦੀ ਬਜਾਏ ਅਸੀਂ ਨੈਗੇਟਿਵ ਪਾਸੇ ਨੂੰ ਲਾਉਣ ਲੱਗ ਪਏ। ਗਲਤ ਹੈ। ਤੁਹਾਨੂੰ ਲੱਗਦਾ ਏਜੰਸੀਆਂ ਦੀ ਦੁਰਵਰਤੋਂ ਸ਼ੁਰੂ ਹੋ ਗਈ? ਤੁਹਾਨੂੰ ਲੱਗਦਾ ਏਜੰਸੀਆਂ ਦੀ ਦੁਰਵਰਤੋਂ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ? ਯਾਰ ਇਹ ਤਾਂ ਬੇਸਿਕਲੀ 1978 ਤੋਂ ਹੀ ਹੁੰਦੀ ਆਈ ਆ। ਮੈਂ ਤਾਂ ਕਹਿੰਦਾ ਕਿ ਪੋਲੀਟੀਕਲ ਬੰਦਿਆਂ ਨੂੰ ਅਕ੍ਰੋਸ ਦਾ ਪਾਰਟੀ ਲਾਈਨ ਜਿਹੜੀਆਂ ਇਹ ਅਥਾਰਟੀਜ਼ ਆ, ਇਹਨਾਂ ਦੀ ਜਿਹੜੀ ਅਥਾਰਟੀ ਆ ਉਹਨੂੰ ਕਿਤੇ ਨਾ ਕਿਤੇ ਕਮਜ਼ੋਰ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦਾ ਕੋਈ ਫੋਨ ਨਹੀਂ ਕੀਤਾ ਗਿਆ ਤੁਹਾਨੂੰ? ਸੰਦੀਪ ਸੰਧੂ ਨਾਲ ਦੀ ਗੱਲ ਹੋਈ ਆ, ਕਹਿੰਦੇ ਕੋਈ ਫੋਨ ਨਹੀਂ ਕੀਤਾ ਗਿਆ। ਚਲੋ ਮੈਂ ਦੇਖੋ ਗੱਲ ਇਹ ਆ ਵੀ ਜਿਹੜੀ ਮੈਂ ਗੱਲ ਕਹਿਣਾ ਮੈਂ ਅਦਰਵਾਈਜ਼ ਮੈਨੂੰ ਬਹੁਤ ਵਾਰੀ ਓਪਰਚੁਨਿਟੀ ਮਿਲਦੀ ਆ ਮੀਡੀਆ ਦੇ ਸਾਹਮਣੇ ਆਉਣ ਦੀ। ਮੈਂ 10 ਸਾਲ ਹਿੰਦੁਸਤਾਨ ਦਾ ਕਪਤਾਨ ਰਿਹਾ, ਮੈਨੂੰ ਇਸ ਚੀਜ਼ ਦੀ ਕਦੀ ਕੋਈ ਭੁੱਖ ਨਹੀਂ ਹੈ, ਨਾ ਮੈਂ ਕਦੀ ਇਦਾਂ ਦੀ ਗੱਲ ਹੋਸ਼ੀ ਕਰਦਾ ਹੈਗਾ। ਲੇਕਿਨ ਮੀਟਿੰਗ ਦੇ ਵਿੱਚ ਤਾਂ ਕੁਝ ਐਮਐਲਏਜ਼ ਇਦਾਂ ਦੇ ਸੀਗੇ ਜਿਨ੍ਹਾਂ ਦੇ ਕੋਈ ਕੰਮ ਸੀ, ਚੰਨੀ ਜੀ ਕੋਲ ਜਾਂ ਸੁਖਜਿੰਦਰ ਰੰਧਾਵਾ ਜੀ। ਨਹੀਂ ਮੰਤਰੀ ਤਾਂ ਬੇਸਿਕਲੀ ਯਾਰ ਆਪਾਂ ਹਰ ਚੀਜ਼ ਨੂੰ ਕਿਉਂ ਇਸ ਗੱਲ ਤੇ ਲੈ ਜਾਂਦੇ ਆ ਵੀ ਜੇ ਅਸੀਂ ਕਿਤੇ ਮੰਨ ਲਓ ਸਪੋਜ਼ ਮੈਂ ਸਵੇਰੇ ਬ੍ਰਹਮ ਜੀ ਕੋਲੋਂ ਵੀ ਚਾਹ ਪੀ ਕੇ ਆਇਆ, ਹੁਣ ਤੁਸੀਂ ਕਹੋਗੇ ਵੀ ਹਾਂ ਵੀ ਤੂੰ ਬ੍ਰਹਮ ਜੀ ਕੋਲੋਂ ਵੀ ਚਾਹ ਪੀ ਕੇ ਆਇਆ, ਯਾਰ ਇਦਾਂ ਤਾਂ ਨਹੀਂ ਆਪਾਂ ਗੱਲ ਕਰੀਏ। ਨੇ ਮੀਟਿੰਗ ਤੇ ਕੋਈ ਸਾਥੀ ਬੈਠੇ ਨੇ ਅੰਦਰ ਵਿਚਾਰ ਹੀ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਚੱਲ ਰਹੇ ਨੇ, ਉਹਨਾਂ ਤੇ ਬਸ ਪੋਲੀਟੀਕਲ। हाँ जी देखो विजिलेंस का तो हमने पहले ही कहा है कि ये जो विजिलेंस का है ये बहुत हम कंडेम करते हैं और ऐसा काम बिल्कुल नहीं होना चाहिए। ये विस्फोटक हालात बना देंगे अगर विजिलेंस का किसी के खिलाफ इस्तेमाल किया। विजिलेंस नीचे किसके है? जिसके भी नीचे है, अगर अपने लोगों के घरों में या अपने लोगों की ये इन्वेस्टिगेशन करने की कोशिश करेंगे तो बड़ी विरोधता का सामना करना पड़ेगा। नहीं कोई नहीं, ये तो एक हमारे सारे साथी हैं, हम सारे इकट्ठे होकर जो आज पंजाब में कांग्रेस की स्थिति है और गवर्नमेंट को क्या करना चाहिए उसी की चर्चा हो रही थी। कोई स्पेशल कोई ऐसी बात नहीं है। हाँ जी नहीं ਢੀਂਡਸਾ ਸਾਹਿਬ ਦਾ ਤਾਂ ਮੈਂ ਹਾਲ ਹੀ ਪੁੱਛਣ ਗਿਆ ਸੀ, ਆਪਣੇ ਪਰਸਨਲ ਦੋਸਤ ਨੇ, ਹੋਰ ਕੋਈ ਗੱਲ ਨਹੀਂ ਉਹਦੇ 'ਚ। ਮੇਰੇ ਫਾਦਰ ਦੇ ਕੁਲੀਗ ਰਹੇ ਨੇ। हाँ जी प्रगट सिंह ने भी प्रेस कॉन्फ्रेंस की है, उन्होंने कहा कि उन्हें धमकी मिल रही थी, तो उसके बारे में आप क्या कहेंगे? नहीं मैंने तो कल का कहा हुआ है कि मैं कंडेम करता हूँ। जिसने भी ये काम जो धमकी जिसने भी दी है, मैंने तो कल कैमरा पर कहा कि चीफ मिनिस्टर पंजाब को खुद आना चाहिए, उनको किसी को इधर किसी और को किसी की ड्यूटी नहीं लगानी चाहिए, खुद उनको, क्योंकि उनके खुद के एडवाइज़र ने धमकी दी है तो ये तो एक बहुत सीरियस मैटर है। चीफ मिनिस्टर को खुद क्लैरिफिकेशन देनी चाहिए। 24 घंटे हो गए चीफ मिनिस्टर ऑफिस से कोई क्लैरिफिकेशन नहीं आई, तो ये बात बहुत बुरी बात है। और हिंदुस्तान में डेमोक्रेसी है, यहाँ कोई ऑटोक्रेसी तो है नहीं। और ऐसा देखो, ना तो कोई डरने वाला, ना हमने कभी किसी को डराया, ना कभी किसी से डरे। और ये मैं कहना चाहता हूँ ये एक अच्छी रीत नहीं है विजिलेंस डिपार्टमेंट को ऐसे इस्तेमाल करना। अगर विजिलेंस को इस्तेमाल करना था तो हमने कल भी कहा कि जो 2007 से 17 तक प्रकाश सिंह बादल की और सुखबीर सिंह की गवर्नमेंट रही, जिसमें इतने बड़े करोड़ों रुपए के घोटाले हुए हैं, उनकी इन्वेस्टिगेशन करने के लोग, पंजाब के लोग तो वो इंतज़ार कर रहे थे।
और आपने अपना दरवाज़ा ही खटखटा दिया। खटखटाना तो बादलों का दरवाज़ा था, आपने अपने एमएलए की कोशिश कर ली। देखो चन्नी साहब इसका जवाब खुद देंगे भाई। महिला का जो मसला है, हमारे कुलीग हैं वो खुद सक्षम हैं इस बात का जवाब देने में, और इसी बात पर ये चर्चा चल रही है। ठीक है। हाँ जी, नहीं रावत साहब ने तो यही गल कही है कि ਅਸੀਂ ਬੜੇ ਫਿਕਰਮੰਦ ਹਾਂ। ਅਸੀਂ ਕਿਹਾ ਜੀ ਤੁਸੀਂ ਫਿਕਰਮੰਦ ਜ਼ਰੂਰ ਹੋ, ਤੇ ਬਟ ਪੰਜਾਬ ਦੇ ਵਿੱਚ ਆ ਕੇ ਸੰਗਿਆਨ ਲਓ। ਤੁਸੀਂ ਸਾਰੇ ਕਾਂਗਰਸ ਦੀ ਲੀਡਰਸ਼ਿਪ, ਜਿੰਨੇ ਕਾਂਗਰਸ ਦੇ ਵਿੱਚ ਜਿੰਨੇ ਵੀ ਐਮਐਲਏਜ਼ ਨੇ ਤੇ ਮਿਨਿਸਟਰਸ ਨੇ, ਉਹਨਾਂ ਨੂੰ 1-to-1 ਮੀਟਿੰਗ ਕਰਕੇ ਪੰਜਾਬ ਦੀ ਅਸਲ ਜਿਹੜੀ ਗਰਾਊਂਡ ਦੀ ਸਥਿਤੀ ਹੈ ਪੋਲੀਟੀਕਲ ਤੌਰ ਤੇ, ਉਹ ਐਮਐਲਏਜ਼ ਨੂੰ 1 by 1 ਪੁੱਛੋ। ये जो लगातार जो उस समय हरीश पहले जो विरोधाभास चल रहा है कि इलेक्शन में नुकसान होगा की कह रहे ਨਹੀਂ ਰਾਵਤ ਸਾਹਿਬ ਦਾ ਕਹਿਣਾ ਸੀ ਕਿ ਚੰਦ ਜਲਦੀ ਦੇ ਵਿੱਚ ਹੀ 2-3 ਦਿਨਾਂ ਦੇ ਵਿੱਚ ਇਹਦੇ ਤੇ ਚਰਚਾ ਹੋ ਰਹੀ ਹੈ, ਤੇ ਉਹ ਜਲਦੀ ਦੇ ਵਿੱਚ ਇੱਕ ਅੱਧੇ ਦਿਨ 'ਚ ਸਾਨੂੰ ਜਾਣਕਾਰੀ ਦੇਣਗੇ। ਜਦੋਂ ਐਮਐਲਏਜ਼ ਬੁਲਾਣੇ ਹੋਣਗੇ ਤੇ ਫਿਰ ਤੇ ਸਾਰਿਆਂ ਨੂੰ ਉਤਲਾ ਜਾਏਗੀ ਆਪਣੇ ਆਪਣੇ ਘਰ।